Good morning, everyone. This is Sandeep Kaur, your social science teacher, and we are discussing about our last chapter, that is early states in India. And this is second lecture. First of all, look at this map. You can see all the 16 Mahajanpas on the Indian map. First of all, in the western side, you can see Cambodia and Gandhara, which are out of Indian territory, and Kuru and Panchal. Next is Matsya, Sursena, Avanti, Asmaka, Chedi, Vatsa, Kushala, Kansi, and Malla, Vajji, Ang, Magda, the Vatsa. These were the main 16 Janpas during the early stage, which are important in the early states in India. So these were the main states which were emerged during these centuries after the early Vedic age. So next, our topic is rise of cities. ठीक है, ਜਿਵੇਂ ਜਿੱਦਾਂ ਬੇਟਾ ਆਪਾਂ ਪਹਿਲੇ ਪੜ੍ਹਿਆ ਕਿ ਐਗਰੀਕਲਚਰ ਜਿਹੜੀ ਉਹਦੇ ਵਿੱਚ ਕਾਫੀ ਸਾਰੇ ਇੰਪਰੂਵਮੈਂਟਸ ਆ ਜਾਂਦੀਆਂ, ਟੈਕਨੀਕਸ ਜਿਹੜੀਆਂ ਇੰਪਰੂਵ ਹੋ ਜਾਂਦੀਆਂ, ਠੀਕ ਹੈ। ਉਹਦੇ ਤੋਂ ਬਾਅਦ ਹੌਲੀ ਹੌਲੀ ਜਿਹੜੀਆਂ ਨਵੀਆਂ ਸਿਟੀਜ਼ ਜਿਹੜੀਆਂ ਨੇ ਉਹ ਉਹਨਾਂ ਦਾ ਰਾਈਜ਼ ਹੁੰਦਾ ਹੈ, ਨਵੀਆਂ ਸਿਟੀਜ਼ ਬਣ ਲੱਗਦੀਆਂ, ਠੀਕ ਹੈ। ਜਿਵੇਂ ਐਗਰੀਕਲਚਰ ਪ੍ਰੋਡਕਸ਼ਨ ਜਿਹੜੀ ਉਹ ਸਰਪਲਸ 'ਚ ਹੋਣ ਲੱਗਦੀ। ਸਰਪਲਸ ਮੀਨਸ ਕਿ ਜਦੋਂ ਪ੍ਰੋਡਕਸ਼ਨ ਜਿਹੜੀ ਆ ਜਿੰਨਾ ਉਸ ਏਰੀਆ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਰੋਜ਼ਾਨਾ ਖਾਣ ਦੇ ਲਈ ਚਾਹੀਦਾ ਹੈ, ਜਾਂ ਸਪੋਜ਼ ਕਰੋ ਕਿ ਜਿੰਨੀ ਆ ਪ੍ਰੋਡਕਸ਼ਨ ਹੋਈ ਹੈ ਉਨੀ ਅਗਰ 6 ਮੰਥਸ ਦੇ ਲੋਕਾਂ ਦੇ ਲਈ ਜਿੰਨਾ ਵੀ ਫੀਡ ਚਾਹੀਦੀ ਹੈ, ਜਿੰਨਾ ਵੀ ਉਹਨਾਂ ਦੇ ਖਾਣ ਦੇ ਲਈ ਜ਼ਰੂਰੀ ਹੈ, ਉਹਨੂੰ ਛੱਡ ਕੇ ਜਿਹੜਾ ਐਕਸਟਰਾ ਉਹ ਪ੍ਰੋਡਿਊਸ ਕਰਦੇ ਸੀਗੇ, ਠੀਕ ਹੈ। ਜਿਵੇਂ ਆਪਾਂ ਆਪਣੇ ਘਰਾਂ ਦੇ ਵਿੱਚ ਹੁਣ ਐਗਰੀਕਲਚਰ ਜਿਹੜੇ ਲੋਕ ਕਰਦੇ ਆ, ਉਹ ਜਿੰਨੇ ਵੀ ਪ੍ਰੋਡਕਸ਼ਨ ਕਰਦੇ ਆ ਉਹਦਾ ਸਿਰਫ ਇੱਕ ਹਿੱਸਾ ਛੋਟਾ ਜਿਹਾ ਆਪਣੇ ਘਰ 'ਚ ਰੱਖਦੇ, ਬਾਕੀ ਸਾਰਾ ਉਹ ਜਾ ਕੇ ਮਾਰਕੀਟ 'ਚ ਵੇਚ ਕੇ ਆਉਂਦੇ ਆ। ਉਹਨਾਂ ਦੀ ਕੀ ਹੁੰਦੀ ਆ? ਸਰਪਲਸ ਪ੍ਰੋਡਕਸ਼ਨ, ਠੀਕ ਹੈ। ਜਿਹੜੇ ਕਿ ਉਹਨਾਂ ਦੀ ਯੂਜ਼ ਤੋਂ ਜ਼ਿਆਦਾ ਜੋ ਪ੍ਰੋਡਿਊਸ ਕਰ ਲਿਆ ਉਹਨਾਂ ਨੇ, ਉਹਨੂੰ ਆਪਾਂ ਸਰਪਲਸ ਕਹਿ ਦਿੰਦੇ ਹਾਂ, ਠੀਕ ਹੈ। ਸੋ ਇਸੇ ਤਰ੍ਹਾਂ ਹੀ ਜਦੋਂ ਹੌਲੀ ਹੌਲੀ ਐਗਰੀਕਲਚਰ ਦੇ ਜਿਹੜੇ ਵੇਜ਼ ਨੇ ਉਹ ਇੰਪਰੂਵ ਹੋ ਜਾਂਦੇ ਨੇ, ਦੈਨ ਸਰਪਲਸ ਪ੍ਰੋਡਕਸ਼ਨ ਹੁੰਦੀ ਹੈ ਖੇਤੀ ਦੇ ਵਿੱਚ। ਜਦੋਂ ਸਰਪਲਸ ਪ੍ਰੋਡਕਸ਼ਨ ਹੁੰਦੀ ਹੈ, ਦੈਨ ਹੌਲੀ ਹੌਲੀ ਕੁਛ ਲੋਕ ਜਿਹੜੇ ਨੇ ਉਹ ਖੇਤੀ ਤੋਂ ਹਟ ਕੇ ਦੂਜੇ ਜਿਹੜੇ ਕਰਾਫਟਸ ਨੇ ਉਹ ਉਹਨਾਂ ਦੇ ਉੱਤੇ ਕੰਮ ਕਰ ਲੱਗ ਪਏ, ਜਿਵੇਂ ਕਿ ਮੈਟਲ ਵਰਕਿੰਗ, ਜਿਵੇਂ ਕਿ ਉਸ ਟਾਈਮ 'ਤੇ ਕਾਪਰ ਸੀਗਾ, ਆਇਰਨ ਸੀਗਾ। ਸੋ ਇਹਨਾਂ ਦੇ ਡਿਫਰੈਂਟ ਤਰ੍ਹਾਂ ਦੇ ਜਿਹੜੇ ਆਰਟੀਕਲਸ ਨੇ ਉਹ ਬਣ ਲੱਗਦੇ ਨੇ, ਔਰ ਡਿਫਰੈਂਟ ਤਰ੍ਹਾਂ ਦੇ ਹੋਰ ਕਈ ਜਿਹੜੇ ਆਕੂਪੇਸ਼ਨਸ ਨੇ ਉਹ ਸ਼ੁਰੂ ਹੁੰਦੇ ਨੇ, ਜਿਵੇਂ ਮੈਟਲ ਵਰਕਿੰਗ, ਕਾਰਪੈਂਟਰਿੰਗ, ਠੀਕ ਹੈ, ਪੋਟ ਮੇਕਿੰਗ, ਕੋਈ ਬਰਤਨ ਬਣਾਉਣ ਲੱਗ ਪੈਂਦਾ ਹੈ, ਕੋਈ ਲੱਕੜ ਦਾ ਸਮਾਨ ਬਣਾਉਣ ਲੱਗ ਪੈਂਦਾ ਹੈ, ਕੋਈ ਲੋਹੇ ਦਾ, ਕੋਈ ਕਾਪਰ ਦਾ, ਠੀਕ ਹੈ। ਸੋ ਹੌਲੀ ਹੌਲੀ ਜਿਹੜੇ ਨਵੇਂ ਕਰਾਫਟਸ ਨੇ, ਨਵੇਂ ਜਿਹੜੇ ਆਕੂਪੇਸ਼ਨਸ ਨੇ ਉਹ ਸ਼ੁਰੂ ਹੁੰਦੇ ਨੇ। ਇਹਨਾਂ ਦੇ ਨਾਲ ਹੀ ਹੌਲੀ ਹੌਲੀ ਜਿਹੜਾ ਹੈ ਇਹਨਾਂ ਦੀ ਵੀ ਸਰਪਲਸ ਜਿਹੜਾ ਹੁੰਦਾ ਹੈ ਪ੍ਰੋਡਕਸ਼ਨ ਹੁੰਦੀ ਹੈ। ਜਿੰਨਾ ਇੱਕ ਕਾਰਪੈਂਟਰ ਨੂੰ ਆਪਣੇ ਘਰ ਦੇ ਲਈ ਚੀਜ਼ ਚਾਹੀਦੀ ਹੈ ਉਨੀ ਤਾਂ ਉਹ ਬਣਾਉਂਦਾ ਹੈ, ਬਟ ਉਹ ਐਕਸਟਰਾ ਬਣਾਉਂਦਾ ਹੈ ਜਿਹੜਾ ਕਿ ਤਾਂ ਕਿ ਉਹ ਦੂਜਿਆਂ ਨੂੰ ਵੇਚ ਸਕੇ, ਠੀਕ ਹੈ। ਸੋ ਇਹਦੇ ਨਾਲ ਹੀ ਜਿਵੇਂ ਆਪਾਂ ਪਹਿਲੇ ਪੜ੍ਹਿਆ ਹੈ ਕਿ ਜਿਹੜੇ ਐਗਰੀਕਲਚਰ ਉਹਦੇ 'ਚ ਸਰਪਲਸ ਪ੍ਰੋਡਕਸ਼ਨ ਹੋਣ ਲੱਗ ਪਈ, ਜਾਣਾ ਕਿ ਲੋਕਾਂ ਦੇ ਫਾਰਮਰਸ ਦੇ ਆਪਣੇ ਖਾਣ ਤੋਂ ਵੱਧ ਕੇ ਉਹ ਜਿਹੜਾ ਇਹ ਪ੍ਰੋਡਿਊਸ ਕਰ ਲੱਗ ਪਏ। ਸੋ ਹੁਣ ਉਹਨਾਂ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ ਕਿ ਆਪਣੀ ਸਰਪਲਸ ਜਿਹੜੀ ਕ੍ਰੌਪ ਸੀਗੀਆਂ, ਸਰਪਲਸ ਪ੍ਰੋਡਕਸ਼ਨ ਸੀਗੀ, ਉਹ ਕਾਰਪੈਂਟਰਸ ਨੂੰ, ਪੋਟ ਮੇਕਰਸ ਨੂੰ, ਮੈਟਲ ਵਰਕਰਸ ਨੂੰ ਦੇ ਕੇ ਉਹਨਾਂ ਤੋਂ ਡਿਫਰੈਂਟ ਪ੍ਰੋਡਕਟਸ ਜਿਹੜੇ ਸੀਗੇ ਉਹ ਬਾਏ ਕਰਨੇ ਸ਼ੁਰੂ ਕਰ ਦਿੱਤੇ, ਠੀਕ ਹੈ। ਸੋ ਹੌਲੀ ਹੌਲੀ ਇੱਦਾਂ ਹੀ ਜਿਹੜੀਆਂ ਗੁੱਡਸ ਨੇ ਉਹ ਮੈਨੂਫੈਕਚਰ ਹੁੰਦੀਆਂ ਰਹਿੰਦੀਆਂ ਨੇ ਕਰਾਫਟਸਮੈਨਸ ਦੇ ਥਰੂ, ਔਰ ਹੌਲੀ ਹੌਲੀ ਜਿਹੜਾ ਹੈ ਇਹਨਾਂ ਦਾ ਵਪਾਰ ਹੋਣ ਲੱਗ ਪੈਂਦਾ ਹੈ। ਇੱਕ ਚੀਜ਼ ਲੈ ਕੇ ਦੂਜੀ ਚੀਜ਼ ਦੇਣਾ, ਜਾਂ ਹੌਲੀ ਹੌਲੀ ਇਸ ਟਾਈਮ ਤੱਕ ਜਿਹੜਾ ਹੈ ਉਹ ਕਰੰਸੀ ਵੀ, ਜਿਹੜਾ ਸਿੱਕਾ ਸੀਗਾ ਉਹ ਵੀ ਚੱਲ ਪੈਂਦਾ ਹੈ। ਸੋ ਹੌਲੀ ਹੌਲੀ ਜਿਹੜੀਆਂ ਸਿਟੀਜ਼ ਨੇ ਉਹ ਗਰੋ ਕਰਦੀਆਂ ਨੇ। ਡਿਫਰੈਂਟ ਤਰ੍ਹਾਂ ਦੇ ਕਰਾਫਟਸਮੈਨ ਜਿਹੜੇ ਆ ਉਹ ਆਪਣਾ ਇੱਕ ਗਰੁੱਪ ਬਣਾ ਕੇ ਇੱਕ ਸਿਟੀ, ਜਿਹੜਾ ਟਾਊਨ ਹੈ, ਸਿਟੀ ਹੈ, ਇੱਕ ਸੈਂਟਰ ਤੁਸੀਂ ਕਹਿ ਸਕਦੇ ਹੋ, ਉਹਨੂੰ ਇਸਟੈਬਲਿਸ਼ ਕਰਦੇ ਨੇ। ਉਹ ਹੌਲੀ ਹੌਲੀ ਉੱਥੋਂ ਜਦੋਂ ਵਪਾਰ ਹੋਣ ਲੱਗਦਾ ਹੈ, ਸੋ ਹੌਲੀ ਹੌਲੀ ਉਹ ਕੀ ਬਣ ਜਾਂਦਾ ਹੈ? ਇੱਕ ਸੈਂਟਰ ਆਫ ਟਰੇਡ ਬਣ ਜਾਂਦਾ ਹੈ। ਔਰ ਇਸ ਤਰੀਕੇ ਨਾਲ ਹੌਲੀ ਹੌਲੀ ਜਿਹੜੀਆਂ ਸਿਟੀਜ਼ ਸੀਗੀਆਂ ਉਹ ਗਰੋ ਕਰਨ ਲੱਗੀਆਂ। ਕਿੱਥੇ ਗਰੋ ਕਰਨ ਲੱਗੀਆਂ? ਜਿੱਥੇ ਕੋਈ ਵੀ ਕਰਾਫਟ, ਕੋਈ ਟਰੇਡ ਸੈਂਟਰ ਸੀਗਾ, ਕੋਈ ਐਡਮਿਨਿਸਟ੍ਰੇਟਿਵ ਸੈਂਟਰ ਸੀਗਾ, ਉੱਥੇ ਹੌਲੀ ਹੌਲੀ ਸਿਟੀਜ਼ ਨੇ ਗਰੋ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ। ਨੈਕਸਟ ਹੈ ਐਡਮਿਨਿਸਟ੍ਰੇਸ਼ਨ।
ਜਿਹੜੇ ਮਹਾਜਨਪਦ ਸੀਗੇ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਉਹ ਕਿਵੇਂ ਦਾ ਹੈਗਾ ਕਿ ਕਿਉਂਕਿ ਉਹਨਾਂ ਦਾ ਜਿਹੜੇ ਰਿਸੋਰਸਸ ਸੀਗੇ ਕਾਫੀ ਰਿਚ ਸੀਗੇ, ਯਾਨੀ ਕਿ ਉਹਨਾਂ ਕੋਲ ਕਾਫੀ ਅੱਛੀ ਖੇਤੀ ਹੁੰਦੀ ਸੀਗੀ। ਸੋ ਇਸ ਲਈ ਜਿਹੜਾ ਰੂਲਰ ਸੀਗਾ ਉਹ ਇਹਦੇ ਕਾਬਿਲ ਸੀਗਾ ਕਿ ਆਪਣੇ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਬਹੁਤ ਅੱਛੀ ਤਰੀਕੇ ਨਾਲ ਚਲਾ ਸਕੇ, ਕਿਉਂਕਿ ਉਹਦੇ ਕੋਲ ਇਹਦੇ ਲਈ ਪੈਸਾ ਹੈਗਾ ਸੀਗਾ। ਠੀਕ ਹੈ, ਨੈਕਸਟ ਹੈ ਬੇਟਾ ਕਿ ਜਿਹੜੇ ਮੋਸਟਲੀ ਮਹਾਜਨਪਦ ਸੀਗੇ ਉਹ ਕੀ ਸੀਗੇ, ਮੋਨਾਰਚੀ ਸੀਗੇ, ਯਾਨੀ ਕਿ ਇੱਕ ਰਾਜਾ ਰਾਜ ਕਰਦਾ ਸੀਗਾ। ਔਰ ਜਿਹੜਾ ਰਾਜਾ ਹੁੰਦਾ ਸੀਗਾ ਉਹਦੇ ਕੋਲ ਇੱਕ ਕਾਫੀ ਵੱਡੀ ਕਾਫੀ ਅੱਛੀ ਵੈਲ ਇਕੁਇਪਡ, ਮਤਲਬ ਉਹਨਾਂ ਕੋਲ ਕਾਫੀ ਅੱਛੇ ਵੈਪਨਸ ਹੁੰਦੇ ਸੀਗੇ। ਔਰ ਇੱਕ ਰੈਗੂਲਰਲੀ ਪੇਡ ਜਿਹੜੀ ਆਰਮੀ ਸੀਗੀ ਉਹ ਹੁੰਦੀ ਸੀਗੀ, ਚਾਹੇ ਵਾਰ ਹੋ ਰਿਹਾ ਹੈ ਚਾਹੇ ਵਾਰ ਨਹੀਂ ਹੋ ਰਿਹਾ, ਪੀਸ ਹੈ ਯਾਨੀ ਕਿ ਸ਼ਾਂਤੀ ਦਾ ਸਮਾਂ, ਲੇਕਿਨ ਫਿਰ ਵੀ ਉਹ ਆਪਣੀ ਇੱਕ ਜਿਹੜੀ ਆਰਮੀ ਸੀਗੀ ਉਹਨੂੰ ਮੇਨਟੇਨ ਕਰਕੇ ਰੱਖਦੇ ਸੀਗੇ ਤਾਂ ਕਿ ਲਾਅ ਐਂਡ ਆਰਡਰ ਨੂੰ ਬਣਾਇਆ ਜਾ ਸਕੇ ਔਰ ਬਾਹਰੀ ਹਮਲਿਆਂ ਤੋਂ ਆਪਣੀ ਰੱਖਿਆ ਕੀਤੀ ਜਾ ਸਕੇ। ਠੀਕ ਹੈ, ਇਹਦੇ ਨਾਲ ਹੀ ਬੇਟਾ ਕੀ ਹੈ ਕਿ ਜਿਹੜਾ ਸਾਰਾ ਗਿਗੈਂਟਿਕ ਪਲੇਨਸ, ਮਤਲਬ ਜਿਹੜੇ ਅੱਜ ਕੱਲ੍ਹ ਗੰਗਾ ਜਮਨਾ ਦੇ ਪਲੇਨਸ ਨੇ, ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਵੀ ਹਮੇਸ਼ਾ ਜਿਹੜੇ ਸੀਗੇ ਉਹਨਾਂ ਨੂੰ ਆਪਣੇ ਕੋਲ ਇੱਕ ਆਰਮੀ ਰੱਖਣੀ ਪੈਂਦੀ ਸੀਗੀ। ਠੀਕ ਹੈ, ਔਰ ਸਾਰੇ ਮਹਾਜਨਪਦ ਦੇ ਕਿਉਂਕਿ ਜਿਹੜੇ ਰੂਲਰ ਸੀਗੇ ਉਹ ਮੋਸਟਲੀ ਕੀ ਕਰਨਾ ਚਾਹੁੰਦੇ ਸੀਗੇ, ਇਹਨਾਂ ਗਿਗੈਂਟਿਕ ਪਲੇਨਸ ਨੂੰ ਆਪਣੇ ਅੰਡਰ ਰੱਖਣਾ ਚਾਹੁੰਦੇ ਸੀਗੇ। ਠੀਕ ਹੈ, ਨੈਕਸਟ ਹੈਗੇ ਜਿਹੜੇ ਮਿਨਿਸਟਰ ਸੀਗੇ, ਰਾਜਾ ਜਿਹੜਾ ਹੁੰਦਾ ਸੀਗਾ ਮੋਨਾਰਚੀਜ਼ ਦੇ ਵਿੱਚ ਇੱਕ ਰਾਜਾ ਸੀਗਾ, ਰਾਜਾ ਦੇ ਅੱਗੇ ਮਿਨਿਸਟਰਸ ਹੁੰਦੇ ਸੀਗੇ ਜੋ ਉਹਨੂੰ ਕੰਮ ਕਰਨ ਦੇ ਵਿੱਚ, ਐਡਮਿਨਿਸਟ੍ਰੇਸ਼ਨ ਨੂੰ ਹੈਂਡਲ ਕਰਨ ਦੇ ਵਿੱਚ ਹੈਲਪ ਕਰਦੇ ਸੀਗੇ। ਔਰ ਮੋਸਟ ਪ੍ਰੋਬੇਬਲੀ ਕੌਣ ਹੁੰਦੇ ਸੀਗੇ, ਉਹ ਬ੍ਰਾਹਮਣਸ ਹੁੰਦੇ ਸੀਗੇ। ਠੀਕ ਹੈ, ਔਰ ਬ੍ਰਾਹਮਣਸ ਜਿਹੜੇ ਸੀਗੇ ਉਹਨਾਂ ਨੂੰ ਸੈਲਰੀ ਦੇ ਰੂਪ ਵਿੱਚ ਜਿਹੜਾ ਹੈ ਉਹ ਲੈਂਡ ਏਰੀਆ ਦਿੱਤਾ ਜਾਂਦਾ ਹੁੰਦਾ ਸੀਗਾ, ਜਿਹਦੇ ਵਿੱਚ ਕਿ ਉਹਨਾਂ ਨੂੰ ਕੋਈ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਉਹ ਟੈਕਸ ਪੇ ਨਹੀਂ ਸੀਗਾ ਕਰਨਾ ਪੈਂਦਾ। ਠੀਕ ਹੈ, ਨੈਕਸਟ ਬੜੇ ਜਿਹੜੇ ਵਿਲੇਜਸ ਸੀਗੇ, ਵਿਲੇਜਸ ਜਿਹੜੇ ਉਹਨਾਂ ਨੂੰ ਕੌਣ ਐਡਮਿਨਿਸਟਰ ਕਰਦਾ ਹੈਗਾ, ਇੱਕ ਹੈਡਮੈਨ ਬਣਾਇਆ ਜਾਂਦਾ ਹੈਗਾ। ਇੱਕ ਹੈਡਮੈਨ ਹੁੰਦਾ ਹੈਗਾ ਹਰ ਇੱਕ ਵਿਲੇਜ ਦਾ, ਜਿਹੜਾ ਕਿ ਉਸ ਵਿਲੇਜ ਦੇ ਹਰ ਇੱਕ ਕੰਮ ਦੇ ਲਈ ਰਿਸਪੌਂਸੀਬਲ ਹੁੰਦਾ ਹੈਗਾ, ਜਿੰਨਾ ਕਿ ਸਿੱਧਾ ਆਨਸਰੇਬਲ ਕਿਹਨੂੰ ਹੈਗਾ, ਕਿੰਗ ਨੂੰ। ਠੀਕ ਹੈ, ਰਾਜਾ ਨੂੰ ਉਹ ਆਨਸਰ ਕਰਦਾ ਹੈਗਾ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਹੋਏ ਜਾਂ ਕਿਸੇ ਵੀ ਤਰੀਕੇ ਦਾ ਕੋਈ ਪਿੰਡ ਦਾ ਕੰਮ ਹੋਏ। ਇਹਦੇ ਨਾਲ ਹੀ ਅਗਰ ਉਹ ਹੈਡਮੈਨ ਜਿਹੜਾ ਹੈਗਾ ਉਹ ਅਗਰ ਆਪਣੀ ਅਥਾਰਟੀ ਦਾ ਮਿਸਯੂਜ਼ ਕਰਦਾ ਹੈ ਦੈਨ ਜਿਹੜੇ ਵਿਲੇਜਰਸ ਸੀਗੇ ਉਹ ਉਹਦੀ ਜਿਹੜੀ ਸ਼ਿਕਾਇਤ ਸੀਗੇ ਉਹ ਰਾਜਾ ਨੂੰ ਕਰ ਸਕਦੇ ਸੀਗੇ। ਨੈਕਸਟ ਹੈ ਬੇਟਾ ਜਿਹੜੇ ਮਹਾਜਨਪਦ ਸੀਗੇ ਮੋਸਟਲੀ ਉਹ ਰੂਲ ਕੀਤੇ ਜਾਂਦੇ ਸੀਗੇ, ਯਾਨੀ ਕਿ ਜਿਹੜੇ ਉਹਨਾਂ ਦਾ ਸੈਂਟਰ ਆਫ ਐਡਮਿਨਿਸਟ੍ਰੇਸ਼ਨ ਹੁੰਦਾ ਸੀ ਉਹ ਕੀ ਹੁੰਦਾ ਹੈਗਾ, ਕੈਪੀਟਲ ਸਿਟੀ। ਠੀਕ ਹੈ, ਜਿੱਥੇ ਰਾਜਾ ਰਹਿੰਦਾ ਹੈ, ਕਿੰਗਡਮ ਦਾ ਕੈਪੀਟਲ ਹੈ, ਉੱਥੋਂ ਰਾਜਾ ਆਪਣਾ ਸਾਰਾ ਰਾਜ ਜਿਹੜਾ ਹੈਗਾ ਉਹ ਹੈਂਡਲ ਕਰਦਾ ਹੈਗਾ। ਇਹਦੇ ਨਾਲ ਹੀ ਜਿਹੜੇ ਡਿਫਰੈਂਟ ਮਹਾਜਨਪਦਸ ਹੁੰਦੇ ਸੀਗੇ ਉਹਨਾਂ ਦੇ ਵਿੱਚ ਕਾਫੀ ਰਿਵੈਲਰੀ, ਮਤਲਬ ਕਾਫੀ ਐਨਮਿਟੀ ਸੀ, ਦੁਸ਼ਮਣੀ ਸੀਗੀ ਇੱਕ ਦੂਜੇ ਦੇ ਲਈ, ਕਾਫੀ ਇੰਟੈਂਸ, ਮਤਲਬ ਕਾਫੀ ਜ਼ਿਆਦਾ ਇੱਕ ਦੂਜੇ ਦੇ ਵਿਰੋਧ ਹੁੰਦੇ ਸੀਗੇ ਉਹ। ਠੀਕ ਹੈ, ਜਿਹਦਾ ਕਰਕੇ ਲਗਾਤਾਰ ਉਹ ਕਿਸੇ ਨਾ ਕਿਸੇ ਦੇ ਨਾਲ ਯੁੱਧ ਦੇ ਵਿੱਚ ਲੱਗੇ ਰਹਿੰਦੇ ਕਿ ਜ਼ਿਆਦਾਤਰ ਉਹਨਾਂ ਦੇ ਆਪਸ ਵਿੱਚ ਲੜਾਈ ਹੁੰਦੀ ਰਹਿੰਦੀ ਸੀ। ਮੋਸਟਲੀ ਜਿਹੜੀਆਂ ਇੰਪੋਰਟੈਂਟ ਕੈਪੀਟਲ ਸਿਟੀਜ਼ ਸੀਗੀਆਂ ਉਹ ਕਿਹੜੀਆਂ ਸੀਗੀਆਂ, ਕਾਸ਼ੀ, ਕੋਸ਼ੰਬੀ, ਸ਼ਰਾਵਸਤੀ, ਉਜੈਨ, ਰਾਜਗ੍ਰਹਿ। ਠੀਕ ਹੈ, ਇਹ ਜਿਹੜੀਆਂ ਸਭ ਤੋਂ ਇੰਪੋਰਟੈਂਟ ਜਿਹੜੀਆਂ ਉਸ ਟਾਈਮ 'ਤੇ ਕੈਪੀਟਲ ਸਿਟੀਜ਼ ਸੀਗੀਆਂ। ਠੀਕ ਹੈ, ਨੈਕਸਟ ਹੈ ਬੇਟਾ ਇਹ ਕਹਿੰਦੇ ਕਿ ਜਿਹੜੀਆਂ ਕੈਪੀਟਲ ਸਿਟੀਜ਼ ਹੁੰਦੀਆਂ ਹੈਗੀਆਂ ਉਹਨਾਂ ਨੂੰ ਆਪਣੇ ਦੁਸ਼ਮਣ ਤੋਂ ਬਚਾਉਣ ਦੇ ਲਈ ਜਿਹੜਾ ਹੈਗਾ ਉਹਨਾਂ ਨੂੰ ਫੋਰਟੀਫਾਈਡ ਕੀਤਾ ਜਾਂਦਾ। ਫੋਰਟੀਫਾਈਡ ਮਤਲਬ ਉਹਨਾਂ ਦੀ ਕਿਲ੍ਹੇਬੰਦੀ ਕੀਤੀ ਜਾਂਦੀ ਹੈਗੀ। ਕਿਲ੍ਹੇਬੰਦੀ ਕਿਵੇਂ ਕੀਤੀ ਜਾਂਦੀ, ਸਾਰੇ ਸ਼ਹਿਰ ਦੇ ਆਲੇ ਦੁਆਲੇ ਇੱਕ ਵੱਡੀ ਸਾਰੀ ਜਿਹੜੀ ਹੈਗੀ ਉਹ ਪੱਥਰਾਂ ਦੀ ਜਾਂ ਇੱਟਾਂ ਦੀ, ਮੱਡ ਲੈ ਕੇ, ਸਟੋਨਸ ਲੈ ਕੇ, ਵੁੱਡ ਲੈ ਕੇ ਇੱਕ ਕਾਫੀ ਉੱਚੀ ਲੰਬੀ ਔਰ ਚੌੜੀ ਜਿਹੜੀ ਕੰਧ ਕਰ ਦਿੱਤੀ ਜਾਂਦੀ ਸੀ ਤਾਂ ਕਿ ਕੋਈ ਵੀ ਅਟੈਕਰ ਜਿਹੜਾ ਅਟੈਕ ਕਰਦਾ ਹੈ ਉਹ ਡਾਇਰੈਕਟਲੀ ਆ ਕੇ ਕੈਪੀਟਲ ਸਿਟੀ ਦੇ ਉੱਤੇ ਅਟੈਕ ਨਾ ਕਰ ਸਕੇ, ਅੱਗੇ ਵਾਲ ਉਹਦੇ ਕੋਲੋਂ ਪਾਸ ਨਾ ਹੋ ਸਕੇ। ਠੀਕ ਹੈ, ਨੈਕਸਟ ਹੈ ਬੇਟਾ ਰੈਵਨਿਊ। ਜਿਹੜੇ ਰੂਲਰ ਸੀਗੇ ਉਹਨਾਂ ਦੀ ਮੇਨ ਸੋਰਸ ਆਫ ਇਨਕਮ ਕੀ ਸੀਗਾ, ਰੈਵਨਿਊ, ਜਿਹੜੇ ਟੈਕਸ ਔਰ ਡਿਫਰੈਂਟ ਜਿਹੜੇ ਬੇਸ ਦੇ ਨਾਲ ਲੈਂਦੇ ਸੀਗੇ। ਠੀਕ ਹੈ, ਮੋਸਟਲੀ ਕਹਿੰਦੇ ਜਿਹੜੇ ਟੈਕਸ ਹੈ ਉਹ ਪੈਸੇ ਦੇ ਰੂਪ ਵਿੱਚ ਪੇ ਕੀਤੇ ਜਾਂਦੇ ਸੀ। ਸਮਟਾਈਮਸ ਜਿਹੜੇ ਟੈਕਸ ਸੀਗੇ ਉਹ ਗੁੱਡਸ ਦੇ ਰੂਪ ਵਿੱਚ, ਡਿਫਰੈਂਟ ਪ੍ਰੋਡਕਟਸ ਦੇ ਰੂਪ ਵਿੱਚ ਵੀ ਲੈ ਜਾਂਦੇ ਸੀ। ਬਟ ਮੈਕਸੀਮਮ ਜਿਹੜਾ ਰੈਵਨਿਊ ਆਉਂਦਾ ਸੀਗਾ ਉਹ ਲੈਂਡ ਏਰੀਆ ਤੋਂ ਆਉਂਦਾ ਸੀਗਾ, ਜਿਹਨੂੰ ਕਿ ਬਾਗ ਕਿਹਾ ਜਾਂਦਾ ਸੀ, ਅਸ਼ੇਅਰ ਬਾਗ, ਜਿਹਨੂੰ ਉਸ ਵਿੱਚ ਇੱਕ ਭਾਗ ਕਿਹਾ ਜਾਂਦਾ ਹੈਗਾ, ਜਿਹੜਾ ਕਿ 1/6 ਆਫ ਦਾ ਪ੍ਰੋਡਕਸ਼ਨ ਹੁੰਦਾ ਹੈਗਾ, ਜਿਹੜਾ ਕਿ ਰਾਜਾ ਨੂੰ ਐਜ਼ ਅ ਟੈਕਸ ਉਹਨਾਂ ਨੂੰ ਪੇ ਕਰਨਾ ਪੈਂਦਾ ਹੈਗਾ। ਇਹਦੇ ਨਾਲ ਜਿਹੜੇ ਕਰਾਫਟਸਮੈਨ ਹੁੰਦੇ ਸੀ, ਮਰਚੈਂਟਸ ਹੁੰਦੇ ਸੀਗੇ, ਉਹ ਵੀ ਰੈਗੂਲਰਲੀ ਰਾਜਾ ਨੂੰ ਟੈਕਸ ਪੇ ਕਰਦੇ ਸੀਗੇ। ਠੀਕ ਹੈ, ਔਰ ਸਮਟਾਈਮਸ ਜਿਹੜੇ ਹੁੰਦੇ ਸੀਗੇ ਜਿੱਦਾਂ ਕੋਈ ਕਰਾਫਟਮੈਨ ਹੈ, ਕੋਈ ਕਾਰਪੈਂਟਰ ਹੈ, ਦੈਨ ਉਹ ਅਗਰ ਕੋਈ ਪ੍ਰੋਡਕਟ ਨਹੀਂ ਦੇ ਰਿਹਾ ਰਾਜਾ ਨੂੰ, ਦੈਨ ਉਹ ਰਾਜਾ ਨੂੰ ਕੋਲ ਜਾ ਕੇ ਉਹਨੂੰ ਫ੍ਰੀ ਵਿੱਚ ਕੰਮ ਕਰਕੇ ਦਿੰਦਾ ਹੈਗਾ, ਜਿਹਨੂੰ ਕਿ ਐਜ਼ ਅ ਟੈਕਸ ਜਿਹੜਾ ਹੈਗਾ ਉਹ ਲਿਆ ਜਾਂਦਾ ਹੈਗਾ। ਠੀਕ ਹੈ, ਨੈਕਸਟ ਹੈ ਕਿ ਰੈਵਨਿਊ ਕਲੈਕਸ਼ਨ ਜਿਹੜਾ ਹੈਗਾ, ਜਿਹੜਾ ਕੀਤਾ ਗਿਆ ਰੈਵਨਿਊ ਕਲੈਕਟ ਕੀਤਾ ਗਿਆ
ਉਹਨੂੰ ਡਿਫਰੈਂਟ ਤਰ੍ਹਾਂ ਦੇ ਜਿਹੜੇ ਐਡਮਿਨਿਸਟ੍ਰੇਸ਼ਨ 'ਚ ਲੱਗੇ ਹੋਏ ਲੋਕ ਨੇ ਉਹਨਾਂ ਨੂੰ ਸੈਲਰੀਜ਼ ਦਿੱਤੀਆਂ ਜਾਂਦੀਆਂ ਸੀ ਉਹਦੇ ਵਿੱਚੋਂ, ਠੀਕ ਹੈ। ਇਹਦੇ ਨਾਲ ਹੀ ਕੁਝ ਪਬਲਿਕ ਵੈਲਫੇਅਰ ਦੇ ਕੰਮ ਕਰਵਾਏ ਜਾਂਦੇ ਸੀ, ਜਿਵੇਂ ਕਿ ਰੋਡਸ ਬਣਵਾਉਣਾ, ਕੈਨਲਸ ਬਣਵਾਉਣਾ, ਠੀਕ ਹੈ, ਆਰਮੀ ਨੂੰ ਮੇਨਟੇਨ ਕਰਨਾ। ਇਹ ਸਾਰੇ ਕੰਮ ਜਿਹੜੇ ਹੈਗੇ ਇਹ ਜਿਹੜਾ ਕਲੈਕਟ ਕੀਤਾ ਹੋਇਆ ਰੈਵਨਿਊ ਇਹਦੇ ਤੋਂ ਇਹਦਾ ਦਾ ਖਰਚ ਚਲਾਇਆ ਜਾਂਦਾ ਹੈ। ਨੈਕਸਟ ਟ੍ਰੇਡ, ਜਿਹੜੀਆਂ ਰੋਡ ਸੀਗੇ ਉਹਨਾਂ ਨੂੰ ਕਾਫੀ ਵਧੀਆ ਬਣਵਾਇਆ ਗਿਆ ਹੈ ਤਾਂ ਕਿ ਜਿਹੜਾ ਟ੍ਰੇਡ ਹੈ, ਜਿਹੜਾ ਵਪਾਰ ਹੈ, ਉਹ ਅੱਛੇ ਤਰੀਕੇ ਦੇ ਨਾਲ ਕੀਤਾ ਜਾ ਸਕੇ। ਇਹਦੇ ਤੋਂ ਇਲਾਵਾ ਬੇਟਾ ਜਿਹੜਾ ਓਵਰਸੀਜ਼ ਮਤਲਬ ਬਾਹਰੀ ਦੇਸ਼ਾਂ ਦੇ ਨਾਲ, ਬਾਹਰੀ ਏਰੀਆਜ਼ ਦੇ ਨਾਲ ਜਿਹੜਾ ਟ੍ਰੇਡ ਹੈਗਾ ਉਹ ਵੀ ਕੀਤਾ ਜਾਂਦਾ ਹੈਗਾ। ਜਿਹੜੀ ਮੇਨ ਪੋਰਟ ਸੀਗੀ ਬਿਰਗੁਕਾ ਚੱਚਾ, ਠੀਕ ਹੈ, ਇਹ ਇੱਕ ਮੇਨ ਪੋਰਟ ਏਰੀਆ ਹੈਗਾ ਜਿਹੜਾ ਇੰਡੀਆ ਦੇ ਉਸ ਟਾਈਮ 'ਤੇ ਹੈਗਾ, ਜਿੱਥੋਂ ਕਿ ਸਾਰਾ ਵਪਾਰ ਜਿਹੜਾ ਹੈਗਾ ਕੈਰੀ ਕੀਤਾ ਜਾਂਦਾ ਸੀਗਾ। ਇਹਦੇ ਤੋਂ ਇਲਾਵਾ ਬੇਟਾ ਜਿਹੜੇ ਪੈਸਾ ਹੈਗਾ ਉਹ ਵੀ ਮਤਲਬ ਕਰੰਸੀ ਉਸ ਟਾਈਮ ਤੱਕ ਚੱਲ ਪਈ ਹੈਗੀ। ਔਰ ਪੰਚ ਮਾਰਕੀਟ ਕੋਇਨਸ ਜਿਹੜੇ ਕਿ ਤੁਸੀਂ ਨੀਚੇ ਪਿਕਚਰ ਵੀ ਦੇਖ ਸਕਦੇ ਹੋ, ਇਹ ਪੰਚ ਮਾਰਕੀਟ ਕੋਇਨਸ ਜਿਹੜੇ ਹੈਗੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈਗਾ। ਕੋਈ ਚੀਜ਼ ਅਗਰ ਕੋਈ ਕਾਪਰ ਦੇ ਹੁੰਦੇ ਹੈਗੇ, ਸਿਲਵਰ ਦੇ ਹੁੰਦੇ ਹੈਗੇ, ਪੰਚ ਮਾਰਕੀਟ ਕੋਇਨਸ, ਠੀਕ ਹੈ। ਪੰਚ ਮਾਰਕੀਟ ਮਤਲਬ ਇਹਨਾਂ ਦੇ ਉੱਤੇ ਡਿਫਰੈਂਟ ਤਰ੍ਹਾਂ ਦੇ ਜਿਹੜੀਆਂ ਸ਼ੇਪਸ ਸੀਗੀਆਂ ਉਹਨਾਂ ਨੂੰ ਪੰਚ ਕੀਤਾ ਜਾਂਦਾ ਹੈਗਾ, ਠੀਕ ਹੈ। ਸੋ ਇਹ ਕੋਇਨਸ ਜਿਹੜੇ ਹੈਗੇ ਉਸ ਟਾਈਮ 'ਤੇ ਯੂਜ਼ ਕੀਤੇ ਜਾਂਦੇ ਸੀਗੇ ਟ੍ਰੇਡਿੰਗ ਦੇ ਲਈ। ਇਹ ਜਦੋਂ ਤੱਕ ਕੋਇਨਸ ਜਿਹੜੇ ਹੈਗੇ ਉਹ ਨਹੀਂ ਹੈਗੇ ਉਦੋਂ ਤੱਕ ਕੀ ਯੂਜ਼ ਕੀਤਾ ਜਾਂਦਾ ਹੈਗਾ, ਬਾਰਟਰ ਸਿਸਟਮ ਚਲਾਇਆ ਜਾਂਦਾ ਹੈਗਾ। ਇੱਕ ਚੀਜ਼ ਦੇ ਬਦਲੇ ਵਿੱਚ ਦੂਜੀ ਚੀਜ਼ ਦਿੱਤੀ ਜਾਂਦੀ ਹੈਗੀ। ਨੈਕਸਟ ਬੇਟਾ ਕਿ ਜਿਹੜੇ ਮਰਚੈਂਟਸ ਔਰ ਕਰਾਫਟਸਮੈਨ ਹੁੰਦੇ ਹੈਗੇ ਉਹਨਾਂ ਨੇ ਆਪਣੇ ਜਿਹੜੀਆਂ ਹੈਗੀਆਂ ਉਹ ਟ੍ਰੇਡ ਯੂਨੀਅਨਸ, ਜਿਵੇਂ ਅੱਜ ਕੱਲ੍ਹ ਆਪਾਂ ਕਹਿ ਦਿੰਦੇ ਹਾਂ, ਆਪਣੇ ਗਰੁੱਪਸ ਬਣਾਏ ਹੁੰਦੇ ਜਿਨ੍ਹਾਂ ਨੂੰ ਕਿ ਸ਼ਰਾਈਨਸ ਕਹਿੰਦੇ ਹੈ, ਗਿਲਡ ਔਰ ਸ਼ਰਾਈਨਸ, ਠੀਕ ਹੈ। ਹਰ ਇੱਕ ਗਿਲਡ ਔਰ ਸ਼ਰਾਈਨ ਦੇ ਆਪਣੇ ਰੂਲਸ ਹੁੰਦੇ ਹੈਗੇ ਜਿਹੜੇ ਕਿ ਹਰ ਇੱਕ ਜਿਹੜਾ ਕਰਾਫਟਮੈਨ ਹੈ ਜਾਂ ਟਰੇਡਰ ਹੈ ਉਹਨੂੰ ਫੋਲੋ ਕਰਨੇ ਪੈਂਦੇ ਹੈਗੇ, ਠੀਕ ਹੈ। ਇਹ ਜਿਹੜਾ ਸ਼ਰਾਈਨ ਹੁੰਦੀ ਸੀ ਜਾਂ ਗਿਲਡ ਹੁੰਦਾ ਹੈਗਾ, ਇਹ ਜਿਹੜਾ ਕੋਈ ਪ੍ਰੋਡਕਟ ਜਿਹੜਾ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਉਹਦੀ ਕੁਆਲਿਟੀ, ਉਹਦੀ ਡਿਸਟਰੀਬਿਊਸ਼ਨ ਔਰ ਉਹਦਾ ਪ੍ਰਾਈਸ ਜਿਹੜਾ ਹੈਗਾ ਉਹ ਸਾਰਾ ਇਹ ਸ਼ਰਾਈਨ ਔਰ ਗਿਲਡ ਜਿਹੜਾ ਹੈਗਾ ਡਿਸਾਈਡ ਕਰਦਾ ਹੈਗਾ। ਔਰ ਕੋਈ ਵੀ ਕਰਾਫਟਮੈਨ ਔਰ ਮਰਚੈਂਟ ਜਿਹੜਾ ਹੈਗਾ ਇਹਨਾਂ ਰੂਲਸ ਨੂੰ ਬ੍ਰੇਕ ਨਹੀਂ ਕਰ ਸਕਦਾ। ਨੈਕਸਟ ਹੈ ਸੋਸ਼ਲ ਆਰਗੇਨਾਈਜੇਸ਼ਨ। ਜਿਹੜਾ ਕਾਸਟ ਸਿਸਟਮ ਹੈਗਾ ਕਾਫੀ ਜ਼ਿਆਦਾ ਵੱਧ ਚੁੱਕਾ ਹੈਗਾ। ਸਟ੍ਰਿਕਟ ਰੂਲਸ ਸੀਗੇ, ਹਰ ਇੱਕ ਪਰਸਨ ਨੂੰ ਆਪਣੀ ਕਾਸਟ ਦੇ ਰੂਲਸ ਜਿਹੜੇ ਹੈਗੇ ਫੋਲੋ ਕਰਨੇ ਪੈਂਦੇ ਹੈਗੇ। ਔਰ ਜਿਹੜਾ ਨਹੀਂ ਸੀਗਾ ਕਰਦਾ ਉਹਨੂੰ ਕਾਸਟ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀਗਾ, ਠੀਕ ਹੈ। ਔਰ ਜਿਹੜੀਆਂ ਇੰਟਰ ਕਾਸਟ ਮੈਰਿਜਸ ਸੀਗੀਆਂ, ਠੀਕ ਹੈ, ਜਾਂ ਇੱਕ ਦੂਜੇ ਦੇ ਨਾਲ ਖਾਣਾ ਖਾਣਾ ਉਹ ਬਿਲਕੁਲ ਵੀ ਅਲਾਓ ਨਹੀਂ ਹੈਗਾ। ਇੰਟਰ ਡਾਈਨਿੰਗ ਮੀਨਸ ਇੱਕ ਦੂਜੇ ਨਾਲ ਖਾਣਾ ਖਾਣਾ। ਇੰਟਰ ਮੈਰਿਜਸ ਮਤਲਬ ਇੱਕ ਦੂਜੇ ਦੀ ਜਾਤੀ ਵਿੱਚ ਵਿਆਹ ਕਰਨਾ ਉਹ ਬਿਲਕੁਲ ਵੀ ਅਲਾਓ ਇਸ ਟਾਈਮ ਤੱਕ ਨਹੀਂ ਹੈਗਾ, ਠੀਕ ਹੈ। ਔਰ ਜਿਹੜੇ ਟ੍ਰੇਡਸ ਹੁੰਦੇ, ਕਰਾਫਟਸ ਹੁੰਦੇ ਹੈਗੇ, ਠੀਕ ਹੈ, ਇਹ ਸਾਰੀਆਂ ਸ਼ਰਾਈਨਸ ਜਿਹੜੀਆਂ ਹੈਗੀਆਂ ਉਹ ਕੀ ਬਣ ਗਈਆਂ ਹੈਗੀਆਂ, ਹੈਰੀਡਿਟਰੀ ਬਣ ਗਈਆਂ ਹੈ। ਇਟ ਮੀਨਸ ਕਿ ਅਗਰ ਕੋਈ ਵਪਾਰੀ ਹੈ ਉਹਦਾ ਬੇਟਾ ਵਪਾਰੀ ਹੀ ਬਣੇਗਾ, ਕੋਈ ਕਰਾਫਟਮੈਨ ਹੈ ਉਹਦਾ ਬੇਟਾ ਕਰਾਫਟਮੈਨ ਹੀ ਬਣੇਗਾ। ਇਵੇਂ ਦੇ ਟ੍ਰੈਡੀਸ਼ਨਸ ਜਿਹੜੇ ਸੀਗੇ ਉਸ ਟਾਈਮ 'ਤੇ ਸ਼ੁਰੂ ਹੋ ਚੁੱਕੇ ਸੀ, ਠੀਕ ਹੈ। ਨੈਕਸਟ ਬੇਟਾ ਆਪਾਂ ਨੈਕਸਟ ਵੀਡੀਓ 'ਚ ਪੜਾਂਗੇ। ਥੈਂਕ ਯੂ।